ਸਤਿ ਸ਼੍ਰੀ ਅਕਾਲ ਜੀ, ਮੈਂ ਗਗਨਦੀਪ ਸੋਂਧੀ ਤੁਹਾਡੇ ਮੁਖਾਤਿਬ ਕਰੰਟ ਨਿਊਜ਼ ਐਂਡ ਵਿਊਜ਼ ਤੁਸੀਂ ਦੇਖ ਰਹੇ ਹੋ ਔਰ ਇਸ ਵੇਲੇ ਪੰਜਾਬ ਮੇਲ USA TV ਉੱਤੇ ਸਾਨੂੰ ਦੇਖਣ ਵਾਲੇ, ਚਾਹਣ ਵਾਲੇ ਤੇ ਚਾਹ ਕੇ ਮੁਸਕਰਾਉਣ ਵਾਲਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਔਰ ਜਦੋਂ ਅਸੀਂ ਜੀਆਂ ਨੂੰ ਕਹਿ ਹੀ ਦਿੱਤਾ ਤਾਂ ਫਿਰ ਤੁਹਾਨੂੰ ਪਤਾ ਹੈ ਕਿ ਭਖ ਦੇ ਮਸਲਿਆਂ ਦੇ ਉੱਤੇ, ਕੁਝ ਮੁੱਦਿਆਂ ਦੇ ਉੱਤੇ ਗੱਲਬਾਤ ਹੁੰਦੀ ਹੈ ਔਰ ਉਸ ਗੱਲਬਾਤ ਦੇ ਉੱਤੇ ਕੁਝ ਪੰਛੀ ਝਾਤ ਪਾਉਣ ਵਾਸਤੇ, ਨਜ਼ਰਸਾਨੀ ਕਰਨ ਵਾਸਤੇ, ਵਿਚਾਰ ਵਟਾਂਦਰਾ ਕਰਨ ਵਾਸਤੇ ਔਰ ਵਿਚਾਰ ਕਰਨ ਵਾਲੇ ਜਿਹੜੇ ਨੇ ਉਹ ਸਾਡੇ ਕੋਲ ਹੁੰਦੇ ਨੇ। ਸੋ ਮਾਨਯੋਗ ਸਤਿਕਾਰਯੋਗ ਵਡਿਆਈ ਦੀ ਪਾਤਰ ਸ਼ਖਸੀਅਤ ਮੇਰੇ ਖੱਬੇ ਹੱਥ ਬਿਰਾਜਮਾਨ ਔਰ ਜਤਿੰਦਰਪਾਲ ਸਿੰਘ ਖਹਿਰਾ ਹੋਰਾਂ ਨੂੰ ਮੈਂ ਬਹੁਤ-ਬਹੁਤ ਸਵਾਗਤ ਕਹਿੰਦਾ। ਖਹਿਰਾ ਸਾਹਿਬ, ਕੀ ਹਾਲ ਚਾਲ ਨੇ? ਮੇਰਾ ਹਾਲ ਚਾਲ ਬਿਲਕੁਲ ਵਧੀਆ, ਠੀਕ ਹੈ। ਵੈਸੇ ਮੇਰੇ ਨਾਮ 'ਚ ਜਤਿੰਦਰ ਸਿੰਘ ਖਹਿਰਾ ਆਉਂਦਾ, ਪਾਲ ਕਿਤੇ ਨਹੀਂ ਆਉਂਦਾ। ਬਹੁਤ ਸ਼ੁਕਰੀਆ। ਜਦੋਂ ਅਸੀਂ ਪਾਲ ਕਹਿੰਦੇ ਆ ਨਾ, ਪਾਲ ਹੁੰਦਾ ਹੈ ਵੀ ਜਿਹੜਾ ਪਾਲਣ ਵਾਲਾ। ਅੱਛਾ, ਠੀਕ ਹੈ ਨਾ। ਅਸੀਂ ਪਾਲਿਆ ਆਪਣੇ ਸੱਭਿਆਚਾਰ ਨੂੰ, ਅਸੀਂ ਪਾਲਿਆ ਆਪਣੀ ਵਿਰਾਸਤ ਨੂੰ। ਕਿੰਨਾ ਦੇਖੋ, ਇੱਕ ਕਿਸਾਨ ਵੀ ਜਿਹੜਾ ਹੈ ਨਾ, ਉਹ ਰੱਤੀ ਮੱਕੀ ਨੂੰ ਜਵਾਨ ਹੁੰਦੀ ਵੇਖਦਾ। ਇੱਦਾਂ ਹੀ ਅਸੀਂ ਆਪਣੇ ਪੁੱਤਾਂ ਨੂੰ ਜਵਾਨ ਹੁੰਦੇ ਵੇਖਦੇ। ਫਿਰ ਉਹ ਜਦੋਂ ਜਵਾਨ ਹੋ ਜਾਂਦੇ ਫਿਰ ਉਹਨਾਂ ਦੇ ਕੰਨਾਂ ਦੇ ਵਿੱਚ ਸੰਗੀਤ ਜਿਹੜਾ ਹੈ ਉਹ ਰਸ ਘੋਲਦਾ। ਪਰ ਸੰਗੀਤ ਰਸ ਘੋਲਣ ਦੀ ਬਜਾਏ ਜਦੋਂ ਕਿਤੇ ਨਾ ਕਿਤੇ ਗੈਂਗ ਕਲਚਰ ਵੱਲਾਂ ਚਲੇ ਜਾਏ, ਕਿਤੇ ਨਾ ਕਿਤੇ ਜਦੋਂ ਗਨ ਕਲਚਰ ਵੱਲਾਂ ਚਲੇ ਜਾਏ, ਫਿਰ ਸਾਨੂੰ ਡਰ ਲੱਗਣਾ ਸ਼ੁਰੂ ਹੋ ਜਾਂਦਾ। ਖਹਿਰਾ ਸਾਹਿਬ, ਇਸ ਵੇਲੇ ਸਟੈਂਡ CM ਸਾਹਿਬ ਦਾ ਕੀ ਹੈ? ਕੀ ਕਹਿ ਦਿੱਤਾ ਉਹਨਾਂ ਨੇ ਕਿ ਜਿਹੜੇ ਸਾਰੇ ਦੇ ਸਾਰੇ ਗਾਇਕ ਕਲਾਕਾਰ ਨੇ ਉਹ ਥੋੜਾ ਡਰੇ ਹੋਏ ਵੀ ਹੈ? ਇਹ ਡਰਨਾ ਜ਼ਰੂਰ ਵੀ ਚਾਹੀਦਾ। ਦੇਖੋ, ਤੁਹਾਨੂੰ ਪਤਾ ਹੋਵੇਗਾ ਕਿ ਇੱਕ ਪੰਡਤ ਜਿਹਨੂੰ ਅਸੀਂ ਕਹਿੰਦੇ ਆ ਕਿ ਉਹ ਮੂਲ ਪੰਜਾਬੀ ਨਹੀਂ ਆ, ਸਿਰ ਤੇ ਬੋਰਡ ਰੱਖ ਕੇ ਪੰਡਤ ਧਨੇਸ਼ਵਰ ਹੋਣਾ ਦੀ ਗੱਲ ਮੈਂ ਕਰ ਰਿਹਾ। ਹਾਂ ਜੀ, ਪੰਜਾਬੀ ਬਚਾਉਣ ਦੀ ਗੱਲ ਕਰ ਰਹੇ ਨੇ ਜੀ। ਪੰਡਿਤ ਰਾਓ ਧਨੇਸ਼ਵਰ ਹੋਣਾ ਦੀ ਜਿਹੜੀ ਗੱਲ ਆ ਉਹ ਤਾਂ ਅਸੀਂ ਇੱਥੇ ਕਰਨੀ ਹੈ, ਕਿਉਂਕਿ ਪੰਡਤ ਦਾ ਮਤਲਬ ਇਹ ਹੈ ਵੀ ਜਿਹਦੇ ਸਿਰ ਦੇ ਉੱਤੇ ਗਿਆਨ ਦੀ ਪੰਡ ਜੀ। ਸੋ ਚਲੋ ਆਪਾਂ ਉਹ ਉਹਦੀ ਗੱਲ ਕਰਦੇ ਹਾਂ ਕਿ ਉਹ ਦੇਖੋ, ਉਹ ਬਿਲਕੁਲ ਨਰੋਲ ਪੰਜਾਬੀ ਨਹੀਂ ਹੈਗੇ ਜੀ। ਪਰ ਜਦੋਂ ਕਹਿੰਦੇ ਨਾ ਜਿਸ ਚੀਜ਼ ਨਾਲ ਪਿਆਰ ਹੋਵੇ ਤੇ ਤੁਹਾਨੂੰ ਜਦੋਂ ਰੁਲਦੀ ਵੇਖੀ ਜਾਵੇ ਤੇ ਫਿਰ ਤੁਸੀਂ ਉਹਨੂੰ ਬਚਾਉਣ ਦੀ ਗੱਲ ਕਰਦੇ ਹੋ। ਹਾਂਜੀ। ਸੋ ਇਹੀ ਚੀਜ਼ ਹੈ ਕਿ ਅਸੀਂ ਬੜੇ ਚਿਰ ਤੋਂ ਕਹਿ ਰਹੇ ਹਾਂ ਕਿ ਪੰਜਾਬੀ ਇੱਦਾਂ, ਪੰਜਾਬੀ ਉੱਦਾਂ। ਸੁਖਬੀਰ ਬਾਦਲ ਹੁਣੀ ਕਹਿੰਦੇ ਸੀ ਕਿ ਪੰਜਾਬੀ, ਮੈਂ ਕਹਿੰਦਾ ਕਿ ਮੈਂ ਸਾਰੀ ਅਦਾਰਿਆਂ ਦੇ ਵਿੱਚ ਪੰਜਾਬੀ ਲਾ ਦੇਣੀ ਆ। ਉਹ ਹੋਈ ਨਹੀਂ, ਖੁਦਾ ਨਾ ਖਾਸਤਾ, ਪਤਾ ਨਹੀਂ ਕਦੋਂ ਹੋਣੀ ਆ ਜੀ। ਹੁਣ ਜਦੋਂ ਅਸੀਂ ਗੱਲ ਕਰਦੇ ਸੀ ਪੰਜਾਬੀ ਨੂੰ ਬਚਾਉਣ ਦੀ ਜੀ, ਤੇ ਲੱਚਰਪੁਣਾ ਅਸੀਂ ਕਹਿੰਦੇ ਆ ਕਿ ਬਹੁਤ ਹੋ ਗਿਆ, ਨਸ਼ਾ ਬਹੁਤ ਹੋ ਗਿਆ। 84 ਸਾਨੂੰ ਲੈ ਬੈਠੀ, ਇੱਕ ਜੈਨੋਸਾਈਡ ਕਰ ਦਿੱਤਾ, ਸਾਡੀਆਂ ਪੀੜ੍ਹੀਆਂ ਤਬਾਹ ਕਰ ਦਿੱਤੀਆਂ। ਫਿਰ ਉਸ ਤੋਂ ਬਾਅਦ ਨਸ਼ਾ ਨੂੰ ਅਸੀਂ ਪੰਜਵਾਂ ਦਰਿਆ ਵੀ ਕਹਿ ਦਿੱਤਾ, ਛੇਵਾਂ ਦਰਿਆ ਕਹਿੰਦੇ, ਕੋਈ ਪੰਜਵਾਂ ਦਰਿਆ ਕਹਿੰਦਾ। ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਇਹ ਜਿਹੜਾ ਮਾਹੌਲ ਹੈ ਨਸ਼ੇ ਦੇ ਨਾਲ ਜਿਹੜੇ ਸਾਡਾ ਪੌਪ ਕਲਚਰ ਹੈ ਨਾ, ਇਹਨੇ ਵੀ ਬਹੁਤ ਹਿੱਟ ਕੀਤਾ। ਕਿਉਂਕਿ ਜੇ ਸਕੂਲ ਕਾਲਜਾਂ ਦੀ ਗੱਲ ਕਰੀਏ, ਚਲੋ ਰੋਮਾਂਸਵਾਦ ਦੀ ਗੱਲ ਕਰਦੇ ਹਾਂ, ਤੇ ਮੈਂ ਅੱਜ ਤੱਕ ਕੋਈ ਗਾਣਾ ਇਦਾਂ ਦਾ ਨਹੀਂ ਸੁਣਿਆ ਕਿ ਮੈਂ ਪੜ੍ਹਾਈਆਂ ਕਰਨਾ ਜਾਣਾ। ਉਹੀ ਹੈ ਕਿ ਕਾਲਜ ਸਕੂਲ ਜਾਣਾ ਤਾਂ ਮਤਲਬ ਪੇਚ ਲੜਾਉਣ ਜਾਣਾ ਹੈ, ਉੱਥੇ ਪੜ੍ਹਾਈ ਦਾ ਕੋਈ ਨਿਸ਼ਾਨ ਨਹੀਂ ਹੈਗਾ। ਹਾਂ, ਠੀਕ ਹੈ। ਦੇਖ ਲਓ ਕਿੱਥੇ ਸੁਣਦੇ ਹੁੰਦੇ ਸੀ ਦੁਰਗੇ ਰੰਗੀਲੇ ਨੂੰ ਵੀ, ਪੜ੍ਹ ਲਿਖ ਬੱਚਿਓ ਨਾ ਚਮਕਾ ਲਓ, ਜੱਗ ਤੇ ਵੱਖਰੀ ਟੌਰ ਬਣਾ ਲਓ, ਫਿਰ ਇਹ ਸਾਰੀ ਦੁਨੀਆ ਸ਼ਾਵਾ ਆਖੂਗੀ। ਉਹ ਬੱਚਿਆਂ ਦੇ ਸਿਰ ਤੇ ਹੁੰਦੀ ਸਰਦਾਰੀ ਬਾਪੂ ਦੀ। ਇਹ ਗੱਲਾਂ ਹੁਣ ਕੋਈ ਦੱਸਦਾ ਹੀ ਨਹੀਂ। ਵਾਕਿਆ ਹੁਣ ਤਾਂ ਫਿਰ ਉਹੀ ਹੈ ਕਿ ਸਾਨੂੰ ਇੱਕ ਨਾਲ ਲਾਲਾ ਜਿਵੇਂ ਕਿਤਾਬਾਂ ਦੱਸੋ ਨਾਪ ਕਰੇ ਨਾ ਸਾਨੂੰ ਦੇਵੇਂ ਕਰਨਾ, ਪੜ੍ਹਾਈਆਂ ਨਹੀਂ। ਸੋ ਇਹ ਇੱਕ ਤਰੀਕੇ ਦੇ ਨਾਲ ਦੇਖੋ ਗਗਨ ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਨਾ ਕਿ ਦੂਸਰੇ ਬੰਨੇ ਹੁਣ ਦੇਖੋ ਬੜੀ ਵੱਡੀ ਇਹਦੇ ਉੱਤੇ ਡਿਬੇਟ ਛਿੜਦੀ ਸੀ ਵੀ ਇਹ ਤੇ ਜੋ ਮੰਗਦੇ ਆ ਅਸੀਂ ਉਹੀ ਪਰੋਸਦੇ ਆ ਜੀ। ਬਾਕੀ ਗੱਲ ਸਹੀ ਹੈ, ਤੁਸੀਂ ਇਸ ਸਮੇਂ ਦੀ ਮੰਗ ਹੋ ਗਈ ਕਿਉਂਕਿ ਨਸ਼ਾ ਲਾ ਕੇ ਹਾਈਪ ਹੋ ਜਾਂਦੀ ਆ, ਫਿਰ ਅਸੀਂ ਕਲੱਬ ਜਾਂਦੇ ਆ, ਕਲੱਬ ਕਲਚਰ ਹੋ ਜਾਂਦਾ, ਫਿਰ ਸਾਨੂੰ ਸਿਰ ਘੁਮਾਉਣ ਦੇ ਲਈ ਮਿਊਜ਼ਿਕ ਵੀ ਚਾਹੀਦਾ। ਹਾਂਜੀ। ਪਰ ਜੇ ਕਿਤੇ ਨਾ ਕਿਤੇ ਇਹਦੇ ਨਾਲ ਕਹਿੰਦੇ ਹੁੰਦੇ ਨਾ ਕਿ ਹਰ ਚੀਜ਼ ਨੂੰ ਬੈਲੈਂਸ ਕਰ ਲਈਏ, ਕਿਸੇ ਖੱਟਾ ਆ ਤਾਂ ਥੋੜਾ ਮਿੱਠਾ ਆ ਜਾਵੇ, ਜੇ ਲੂਣ ਆ ਤੇ ਨਾਲ ਮਿਰਚ ਵੀ ਚੱਲਦੀ ਆ। ਏਦਾਂ ਹੀ ਜੇ ਇਹ ਗਾਣੇ ਨੇ ਨਾ, ਇਹਨਾਂ ਦੇ ਗਾਣਿਆਂ ਦੇ ਨਾਲ ਇਕੁਅਲੀ ਸਾਨੂੰ ਦੂਸਰੇ ਗਾਣੇ ਜ਼ਰੂਰੀ ਹੈ ਨਾ, ਜਿਹਦੇ ਨਾਲ ਸਾਡਾ ਪੰਜਾਬ ਦਾ ਨੌਜਵਾਨ ਜਿਹੜਾ ਹੈ ਉਹ ਥੋੜਾ ਜਿਹਾ ਸਰਸ ਹੋ ਜਾਵੇ। ਮੈਨੂੰ ਲੱਗਦਾ ਹੁੰਦਾ ਤੇ ਇਹ ਚੀਜ਼ਾਂ ਨੇ ਬਹੁਤ ਤਬਾਹ ਕਰ ਦਿੱਤਾ ਸਾਨੂੰ। ਸਾਡਾ ਪੰਜਾਬੀ ਨੌਜਵਾਨ ਜਿਹੜਾ ਸੀ, ਜਿਹਨੂੰ ਅਸੀਂ ਕਹਿੰਦੇ ਆ ਕਿ ਯਾਰ ਇਹ ਉਹ ਨੌਜਵਾਨ ਆ ਜਿਹੜੀ ਇੱਕ ਖਸਲਸ ਕੌਮ, ਇੱਕ ਵੱਖਰੀ ਕੌਮ ਆ, ਹੈ ਨਾ। ਜੇ ਮੈਨੂੰ ਲੱਗਦਾ ਕਿ ਖੁਦਾ ਨਾ ਖਾਸਤਾ ਗਗਨ ਜੀ ਕਿ ਅਸੀਂ ਇਤਿਹਾਸ ਬਣ ਕੇ ਰਹਿ ਗਏ ਸੀਗੇ। ਜੇ ਕਿਸਾਨੀ ਅੰਦੋਲਨ ਨਾ ਆਉਂਦਾ ਤੇ ਸ਼ਾਇਦ ਉਹ ਇਤਿਹਾਸ ਸੁਰਜੀਤ ਹੁੰਦਾ ਤੇ ਸਾਨੂੰ ਉਹਨਾਂ ਦਿਖਦਾ। ਅਸੀਂ ਸੂਰਮਿਆਂ ਦੀ ਗੱਲ ਕਰਦੇ ਸੀ, ਯੋਧਿਆਂ ਦੀ ਗੱਲ ਕਰਦੇ ਸੀ, ਅਸੀਂ ਕਹਿੰਦੇ ਸੀ ਉਹਨਾਂ ਦੇ ਖੂਨ ਆ। ਬਿਲਕੁਲ। ਪਰ ਜਦੋਂ ਕਿਸਾਨੀ ਅੰਦੋਲਨ ਆਇਆ, ਅਸੀਂ ਦੇਖ ਵੀ ਲਿਆ ਕਿ ਅਸੀਂ ਨਿਰਪੁਰੇ ਗੱਲਾਂ ਵਾਲੇ ਜੋਗੇ ਨਹੀਂ, ਅਸੀਂ ਖੂਨ ਵਾਕਈ ਉਹਨਾਂ ਦੇ ਆ। ਬਿਲਕੁਲ। ਪਰ ਹੁਣ ਉਦੋਂ ਉਸ ਟਾਈਮ ਬੜਾ ਮਿਊਜ਼ਿਕ ਲੱਗਾ, ਲੋਕਾਂ ਨੇ ਸਟੇਜਾਂ ਤੋਂ ਕਿਹਾ ਵੀ ਉਹ ਗਨ ਕਲਚਰ ਤੁਸੀਂ ਨਾ ਪ੍ਰਮੋਟ ਕਰੋ। ਸਿੰਗਰ ਮੰਨੇ ਵੀ ਅਸੀਂ ਗਨ ਕਲਚਰ ਪ੍ਰਮੋਟ ਨਹੀਂ ਕਰਨਾ। ਮੈਂ ਕਹਿੰਦਾ ਬਹੁਤ ਸਾਰੇ ਸਿੰਗਰ ਅੱਗੇ ਵੀ ਆਏ, ਗੱਲਾਂ ਵੀ ਕੀਤੀਆਂ, ਪਰ ਫਿਰ ਉਹੀ ਰੌਲਾ ਤੇ ਉਹੀ ਗਨ ਕਲਚਰ ਸੁਧਾਰ ਹੋ ਗਿਆ। ਉਹ ਜਿੱਦਾਂ ਅੰਦੋਲਨ ਚੱਲਿਆ ਸੀਗਾ, ਉਸ ਤੋਂ ਬਾਅਦ ਵਿੱਚ ਕੂਚ ਜਿਹੜਾ ਹੈਗਾ ਇੱਕ ਪੋਲੀਟੀਕਲ ਪਾਰਟੀ ਵੱਲੋਂ ਕਰ ਲਿਆ, SSM ਵੱਲੋਂ, ਨਾਲ ਅਡਾਨੀਆਂ ਅੰਬਾਨੀਆਂ ਵੱਲੋਂ ਵੀ ਚੱਲ ਪਏ। ਜਦੋਂ ਖਿੰਡੂ ਪੰਡੂ ਹੋਣਾ ਹੁੰਦਾ ਨਾ ਤੇ ਇਹ ਸਾਰਾ ਕੁਝ ਖੇਰੂ ਹੋਣ ਲੱਗਾ, ਕੋਈ ਬਹੁਤੀ ਦੇਰ ਨਹੀਂ ਲੱਗਦੀ। ਇਹੀ ਹਾਲ ਜਿਹੜਾ ਸਾਡੇ ਮਿਊਜ਼ਿਕ ਦਾ ਹੋਇਆ। ਉਸ ਵੇਲੇ ਦੁਹਾਈਆਂ ਦਿੰਦੇ ਸੀਗੇ ਕਿ ਅਸੀਂ ਇੱਦਾਂ ਨਹੀਂ ਗਾਉਣਾ, ਉੱਦਾਂ ਨਹੀਂ ਗਾਉਣਾ। ਪਰ ਜਦੋਂ ਤੁਸੀਂ ਇਤਿਹਾਸ ਦੀ ਗੱਲ ਕੀਤੀ ਆ, ਜਦੋਂ ਕਹਿੰਦੇ ਨਾ ਵੀ ਤੂੰ ਭੂਆ ਦੇ ਗਈ ਸੀ
ਤੂੰ ਨਾਨਕੇ ਗਈ ਸੀ, ਉੱਥੋਂ ਬੱਚਾ ਜਵਾਨ ਹੋ ਕੇ ਸਾਡਾ ਆ ਰਿਹਾ। ਕਿੱਡੀ ਸ਼ਰਮ ਦੀ ਗੱਲ ਹੈ ਸਾਡੇ ਵਾਸਤੇ। ਤੂੰ ਨਾਨਕੇ ਗਈ ਸੀ, ਉੱਥੋਂ ਜਵਾਨ ਹੋ ਕੇ ਆਈ ਆ। ਨਾਨਕੇ ਕੌਣ ਹੈ? ਸਾਡੀ ਮਾਂ ਦੇ ਜਿਹੜੇ ਹੈਗੇ ਉਹ। ਹੁਣ ਦੇਖੋ, ਇੱਕ ਪਾਸੇ ਸਾਡੇ ਪਿਓ ਦੀ ਭੈਣ ਆ, ਦੂਜੇ ਪਾਸੇ ਸਾਡੇ ਮਾਂ ਦੇ ਉੱਥੇ ਮਾਪੇ ਬੈਠੇ ਨੇ, ਔਰ ਉੱਥੋਂ ਸਾਡੀਆਂ ਧੀਆਂ ਜਵਾਨ ਹੋ ਕੇ ਆ ਰਹੀਆਂ ਗੀਤਾਂ ਦੇ ਵਿੱਚ। ਕਿਤੇ ਨਾ ਕਿਤੇ ਸਾਡੇ ਵਾਸਤੇ ਬਹੁਤ ਵੱਡੀ ਇੱਕ ਤਰਾਸਦੀ ਵਾਲੀ ਗੱਲ ਆ। ਭਗਵੰਤ ਮਾਨ ਹੋਰਾਂ ਨੂੰ ਇੱਥੇ ਸਟੈਂਡ ਲੈਣਾ ਚਾਹੀਦਾ ਸੀਗਾ। ਮੇਰਾ ਖਿਆਲ ਲੈ ਲਿਆ ਨਾ, ਹੁਣ ਲੈ ਲਿਆ ਸਟੈਂਡ, ਲੈ ਲਿਆ। ਉਹ ਕਹਿੰਦੇ ਕਿ ਅਸੀਂ ਕਾਰਵਾਈ ਕਰਾਂਗੇ, ਲੈਣਾ ਚਾਹੀਦਾ ਨਹੀਂ। ਦੇਖੋ, ਜਦੋਂ ਆਪਾਂ ਗੱਲ ਕਿਸੇ ਚੀਜ਼ ਦੀ ਕਰਦੇ ਆ ਨਾ, ਤੇ ਇਹ ਚੀਜ਼ਾਂ ਬੜੀਆਂ ਡੈਲੀਕੇਟ ਦੀਆਂ ਚੀਜ਼ਾਂ ਹੁੰਦੀਆਂ, ਕਿਉਂਕਿ ਕ੍ਰੀਏਟ ਕਰਨ ਵਾਲਾ ਕਹਿੰਦਾ ਜੀ ਅਸੀਂ ਤਾਂ ਸੋਸ਼ਲ ਮੀਡੀਆ ਤੇ ਪਾ ਦਿੱਤਾ, ਤੁਸੀਂ ਬਾਹਲੀ ਗੱਲ ਹੈ ਤੇ ਓਬਲੀਗੇਟਰੀ ਜਾਂ ਫਿਰ ਕੋਈ ਚੀਜ਼ ਬਣਾ ਲਓ ਤੇ ਸਕੈਨ ਹੋ ਜਾਵੇ, ਹਨਾ, ਸਾਡਾ ਗਾਣਾ ਬੰਦ ਕਰ ਦਿਓ। ਅਸੀਂ ਤਾਂ ਉਹਨੂੰ ਦਿਖਾਉਂਦੇ ਜਿਹੜਾ ਲੋਕੀ ਦੇਖਦੇ ਆ। ਤੇ ਨਿਆਣਿਆਂ ਦਾ ਦੇਖੋ, ਨਿਆਣਿਆਂ ਦੀ ਸਾਈਕੀ ਤਾਂ ਹੁੰਦੀ ਆ, ਉਹ ਮਾੜੀ ਚੀਜ਼ ਬਹੁਤ ਜਲਦੀ ਫੜਦੇ ਆ, ਚੰਗੀ ਚੀਜ਼ ਜਿਹੜੀ ਆ ਉਹ ਬਹੁਤ ਲੇਟ ਫੜਦੇ ਆ। ਸੋ ਪਰ ਇੱਥੇ ਸੀਐਮ ਮਾਨ ਹੋਣਾ ਦਾ ਜਿਹੜਾ ਸਟੈਂਡ ਆ ਉਹ ਬਹੁਤ ਵਧੀਆ ਗਗਨ ਜੀ, ਕਿ ਉਹ ਕਹਿੰਦੇ ਕਿ ਸਟ੍ਰਿਕਟ ਜਿਹੜਾ ਆ ਉਹ ਲਵਾਂਗੇ ਜੇ ਤੁਸੀਂ ਗੁਰੇਜ਼ ਨਾ ਕੀਤਾ। ਔਰ ਮੈਨੂੰ ਲੱਗਦਾ ਜਦੋਂ ਸੀਐਮ ਸਾਹਿਬ ਦੇ ਕੋਲੋਂ ਇਦਾਂ ਦੀ ਗੱਲ ਹੋਣੀ ਤਾਂ ਮੈਨੂੰ ਲੱਗਦਾ ਕਿ ਵਧੀਆ, ਕਿਉਂਕਿ ਉਹ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਕੋਈ ਗੱਲ ਕਹਿੰਦੇ ਆ। ਸੋ ਰੰਗਲਾ ਪੰਜਾਬ ਬਣਾਉਣਾ ਤਾਂ ਫਿਰ ਇਦਾਂ ਹੀ ਹੋਣਾ, ਤੇ ਉਹ ਹੋਰ ਕਿਸੇ ਤਰੀਕੇ ਨਾਲ ਬਣ ਨਹੀਂ ਸਕਦਾ। ਜਦੋਂ ਨਾ ਉਹਨਾਂ ਨੇ ਕੁਲਫੀ ਗਰਮ ਕੀਤੀ ਤੇ ਉਹ ਉਹਨਾਂ ਦੇ ਵਿੱਚ, ਉਹਨਾਂ ਦੇ ਦੌਰਾਨ ਹੀ ਸਟੇਜਾਂ ਉੱਤੇ ਉਹ ਕਿਹਾ ਕਰਦੇ ਸੀਗੇ ਵੀ ਜਿਹੜੀ ਸਾਬਣ ਜਾਂ ਮਸ਼ਹੂਰੀਆਂ ਆਉਂਦੀਆਂ ਨਾ ਐਡਵਰਟੀਜ਼ਮੈਂਟਸ, ਤੇ ਉਹਦੇ ਵਿੱਚ ਨਾ ਇੱਕ ਔਰਤ ਨੂੰ ਨਹਾਉਂਦੇ ਹੋਏ ਦਿਖਾਇਆ ਜਾਂਦਾ, ਔਰ ਉਹਦਾ ਜਿਹੜਾ ਹੈਗਾ ਇੱਥੋਂ ਤੱਕ ਦਾ, ਮੋਢਿਆਂ ਤੱਕ ਦਾ ਜਿਹੜਾ ਪੋਰਸ਼ਨ ਉਹ ਦਿਖਾਇਆ ਜਾਂਦਾ। ਤੇ ਉਸ ਤੋਂ ਬਾਅਦ ਵਿੱਚ ਉਹਨੂੰ ਬੰਦ ਕਰ ਦੇਣਾ ਚਾਹੀਦਾ। ਉਸ ਵੇਲੇ ਸੀਐਮ ਸਾਹਿਬ ਦਾ ਜਿਹੜਾ ਹੈਗਾ ਨਾ ਇਹ ਵਿਚਾਰ ਹੁੰਦਾ ਸੀਗਾ ਵੀ ਇਹਨੂੰ ਬੰਦ ਕਰ ਦੇਣਾ ਚਾਹੀਦਾ। ਕਿਸੇ ਨੂੰ ਪੁੱਛਿਆ ਵੀ ਕਿਉਂ ਬੰਦ ਕਰ ਦੇਣਾ ਚਾਹੀਦਾ, ਕਿਉਂਕਿ ਕਹਿੰਦੇ ਜਦੋਂ ਬੱਚੇ ਜਿਹੜੇ ਹੈ ਉਹ ਟੀਵੀ ਦੇਖਦੇ ਆ, ਫਿਰ ਇੱਥੇ ਤੱਕ ਜਦੋਂ ਨਾ ਉਹ ਇੱਕ ਔਰਤ ਨੂੰ ਇੱਥੋਂ ਤੱਕ ਸਾਬਣ ਲਾਉਂਦੀ ਨੂੰ ਦਿਖਾਲਦੇ ਤੇ ਫਿਰ ਬੱਚੇ ਸੋਚਦੇ ਵਟ ਕਮਸ ਆਫਟਰ, ਇਹ ਤੋਂ ਅੱਗੇ ਕੀ ਹੋਊਗਾ। ਸੋ ਕਿਤੇ ਨਾ ਕਿਤੇ ਬੱਚਿਆਂ ਦੀ ਮੈਂਟੈਲਿਟੀ ਨੂੰ, ਬੱਚਿਆਂ ਦੀ ਇੱਕ ਸਾਈਕਿਕ ਨੇਚਰ ਨੂੰ, ਉਹ ਸਾਨੂੰ ਪਹਿਲਾਂ ਤੋਂ ਹੀ ਜਾਣਨਾ ਚਾਹੀਦਾ ਸੀਗਾ। ਤੇ ਜਿੱਥੋਂ ਤੱਕ ਰਹੀ ਭਗਵੰਤ ਮਾਨ ਹੋਰਾਂ ਦੀ ਗੱਲ, ਹੋਰ ਵੀ ਕੁਛ ਨਾ ਕੁਛ ਕਰਨਗੇ ਇਸ ਫੀਲਡ ਵਿੱਚ। ਇਸ ਫੀਲਡ ਦੇ ਵਿੱਚ ਉਹ ਲਗਾਤਾਰ ਕਹਿ ਤੇ ਰਹੇ ਆ ਗਗਨ ਜੀ ਕਿ ਕਲਚਰ ਨੂੰ, ਹੈਰੀਟੇਜ ਨੂੰ ਪ੍ਰਮੋਟ ਕਰਨਾ ਚਾਹੀਦਾ। ਤੁਸੀਂ ਸਹੁੰ ਚੁੱਕ ਸਮਾਗਮ ਤੋਂ ਲੈ ਲਓ, ਉਹਨਾਂ ਨੇ ਸਹੁੰ ਚੁੱਕ ਸਮਾਗਮ ਖਟਕੜ ਕਲਾਂ ਕੀਤਾ ਆ ਜੀ, ਤੇ ਉਹ ਇੱਕ ਤਰੀਕੇ ਦੇ ਨਾਲ ਲੱਗਦਾ ਹੈ ਕਿ ਸਾਈਨ ਤਾਂ ਹੈ ਵੀ ਕੁਛ ਨਾ ਕੁਛ ਕੀਤਾ ਜਾਊਗਾ, ਪਰ ਅਜੇ ਤੱਕ ਜੇ ਹੁਣ ਇਸ ਮਾਮਲੇ ਤੇ ਸਿਰਫ ਵਾਰਨਿੰਗ ਆ ਜੀ, ਇਹਦੇ ਉੱਤੇ ਕੋਈ ਓਬਲੀਗੇਟਰੀ ਜਾਂ ਇਹਦੇ ਉੱਤੇ ਕੋਈ ਵੱਡਾ ਜੇ ਬਣਾਉਣਗੇ ਕੋਈ ਨਾ ਚੀਜ਼, ਤੇ ਫਿਰ ਹੀ ਉਹਦੇ ਨਾਲ ਅਸਰ ਹੋਊਗਾ। ਕਿਉਂਕਿ ਰਸੂਖ ਤੇ ਕਹਿੰਦੇ ਅੱਜ ਕੱਲ੍ਹ ਉਦੋਂ ਤੱਕ ਕੋਈ ਨਹੀਂ ਮੰਨਦਾ ਜਦੋਂ ਤੱਕ ਡੰਡਾ ਨਾ ਹੋਵੇ। ਸੋ ਡੰਡਾ ਜ਼ਰੂਰੀ ਆ, ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਉਮੀਦ ਵੀ ਕਰਦੇ ਹਾਂ ਕਿ ਡੰਡਾ ਹੋਏਗਾ। ਡੰਡਾ ਪੀਰ ਹੈ ਵਿਗੜਿਆਂ ਤੇ ਗੜਿਆਂ ਦਾ ਜੀ, ਵਾਕਈ। ਸੋ ਵਿਗੜੇ ਤੇ ਗੜਿਆਂ ਦਾ ਪੀਰ ਜ਼ਰੂਰ ਹੋਊਗਾ। ਇਹ ਆਸ ਕਰਦੇ ਹਾਂ ਵੀ ਹੋਰ ਹੋ ਸਕਦਾ ਕਾਨੂੰਨ ਬਣ ਜਾਏ, ਕੋਈ ਲਾ ਬਣ ਜਾਏ, ਕੋਈ ਇਹੋ ਜਿਹਾ ਬਿੱਲ ਪਾਸ ਹੋ ਜਾਏ ਜਿਹਦੇ ਵਿੱਚ ਸਾਨੂੰ ਉਹੀ ਪੁਰਾਣਾ ਸੱਭਿਆਚਾਰ ਸਮਝਣ ਨੂੰ ਦੇਖਣ ਨੂੰ ਮਿਲ ਜੂਗਾ, ਹੈ ਨਾ। ਸੋ ਹੁਣ ਆਪਾਂ ਥੋੜਾ ਪੈਸਿਆਂ ਪੂਸਿਆਂ ਦੀ ਗੱਲ ਕਰ ਲਈਏ। ਅੱਛਾ, ਵਿੱਤ ਮੰਤਰੀ ਹਰਪਾਲ ਚੀਮਾ ਦੀ ਕਹਿੰਦੇ ਤੁਸੀਂ ਗੱਲ ਕਰ ਰਹੇ ਦੇਖੋ, ਉਹ ਕਹਿੰਦੇ ਵੀ ਟੈਕਸ ਮੈਂ ਨਵਾਂ ਕੋਈ ਨਹੀਂ ਲਾਉਣਾ। ਇਹ ਗੱਲ ਪਤਾ ਨਹੀਂ ਹੁਣ ਉਹ ਦਰੁਸਤ ਆ ਜਾਂ ਕਿੱਦਾਂ ਕਹਿ ਰਹੇ ਆ, ਇਹ ਤੁਹਾਨੂੰ ਪਤਾ ਹੋਣਾ, ਪਰ ਇਹ ਗੱਲ ਸੁਣ ਕੇ ਮੈਨੂੰ ਸਵਾਦ ਬੜਾ ਆਇਆ ਵੀ ਚਲੋ ਨਵਾਂ ਟੈਕਸ ਕੋਈ ਲੱਗਣਾ। ਅੱਛਾ, ਤੁਸੀਂ ਇਹ ਦੱਸੋ, ਤੁਸੀਂ ਸਲਾਹ ਦਿੱਤੀ ਸੀ, ਉਹਨਾਂ ਨੇ ਸਲਾਹਾਂ ਮੰਗੀਆਂ ਸੀ ਜੀ, ਤੁਸੀਂ ਸਲਾਹ ਭੇਜੀ ਸੀ ਕਿ ਉਹਨਾਂ ਨੂੰ? ਦੇਖੋ, ਸਲਾਹ ਜਿਹੜੀ ਹੈਗੀ ਹੈ ਨਾ, ਉਹ ਭੇਜਣ ਦਾ ਤਰੀਕਾ ਹੀ ਨਹੀਂ ਮੈਨੂੰ ਪਤਾ ਸੀਗਾ, ਪਰ ਮਨੋ ਮਨੀ ਮੈਂ ਅਰਦਾਸ ਕੀਤੀ ਸੀ ਵੀ ਸਾਨੂੰ ਕੋਈ ਟੈਕਸ ਲੱਗੇ ਨਾ। ਚਲੋ, ਤੁਹਾਡੀ ਮਨੋ ਮਨੀ ਵਾਲੀ ਟੈਲੀਪੈਥੀ ਤੁਹਾਡੀ ਸੁਣ ਲਈ ਉਹਨਾਂ ਨੇ। ਜੀ ਜੀ। ਅੱਛਾ, ਕਹਿੰਦੇ ਆ ਕਿ ਨਵਾਂ ਟੈਕਸ ਕੋਈ ਨਹੀਂ ਲੱਗਣਾ। ਹਾਂਜੀ, ਟੈਕਸ ਲਾਓ ਸਾਡੇ ਤੇ, ਕਦੇ ਕੋਈ ਟੈਕਸ ਦੀ ਮਨਾਹੀ ਨਹੀਂ ਹੈਗੀ, ਪਰ ਉਹ ਟੈਕਸ ਜਦੋਂ ਲਾਉਨੇ ਆ ਉਦਾਂ ਦੀਆਂ ਸਹੂਲਤਾਂ ਵੀ ਦੇ ਦਿਓ। ਜਦੋਂ ਸਾਡੇ ਮੁੰਡੇ ਕੈਨੇਡਾ ਜਾਂਦੇ ਆ, ਸਾਡੇ ਮੁੰਡੇ ਅਮਰੀਕਾ ਜਾਂਦੇ ਆ, ਆਸਟ੍ਰੇਲੀਆ ਜਾਂਦੇ ਆ, ਇੰਗਲੈਂਡ ਜਾਂਦੇ ਆ, ਕਿਸੇ ਛੋਟੀ ਮੋਟੀ ਕੰਟਰੀ ਜਾਂਦੇ ਆ, ਉੱਥੇ ਟੈਕਸ ਹਰ ਚੀਜ਼ ਦਾ ਦਿੰਦੇ ਆ। ਜੀ ਬਿਲਕੁਲ। ਹੁਣ ਟੈਕਸ ਤਾਂ ਅਸੀਂ ਵੀ ਹਰ ਚੀਜ਼ ਦਾ ਦਿੰਦੇ ਆ, ਫਿਰ ਅਸੀਂ ਬਦਲੇ 'ਚ ਕੀ ਮੰਗਦੇ ਆ? ਸਹੂਲਤਾਂ ਮੰਗਦੇ ਆ, ਸਹੂਲਤਾਂ, ਫੈਸਿਲਿਟੀ ਮੰਗਦੇ ਆ। ਅੱਛਾ, ਹਰਪਾਲ ਚੀਮਾ ਵੀ ਹੁਣ ਮਨਪ੍ਰੀਤ ਬਾਦਲ ਹੋਣਾ ਦੀ ਸੁਰ ਦੇ ਉੱਤੇ ਨਜ਼ਰ ਵੀ ਆਏ ਨੇ ਜੀ। ਉਹਨਾਂ ਨੂੰ ਪੁੱਛਿਆ ਵੀ ਹਜ਼ਾਰ ਕਦੋਂ ਦੇਣਾ? ਉਹ ਕਹਿੰਦੇ ਜੀ ਖਜ਼ਾਨਾ ਖਾਲੀ ਆ, ਪਹਿਲਾਂ ਖਜ਼ਾਨਾ ਭਰਾਂਗੇ ਤੇ ਫਿਰ ਖਜ਼ਾਨਾ ਵਰਤਾਂਗੇ। ਉਹ ਖਜ਼ਾਨਾ ਭਰਨ ਨੂੰ ਮੈਨੂੰ ਲੱਗਦਾ ਹੁਣ 2-3 ਸਾਲ ਨਾ ਲੱਗਦੇ ਨੇ ਗਗਨ ਜੀ, ਇਹ ਕਿ ਅਖੀਰਲੇ ਸਾਲ ਦੇ ਵਿੱਚ ਸਾਨੂੰ ਲੋਕ ਲਵਾਵਣਾ ਵੀ ਹਜ਼ਾਰ ਦਿੰਦੇ ਰਹਿਣ, ਕਿਉਂਕਿ ਵਾਅਦਾ ਜਿਹੜਾ ਸੀਗਾ ਉਹ ਵਾਅਦਾ ਸੀਗਾ ਵੀ 5 ਸਾਲ ਦਾ ਦੇਣਾ ਹੈ ਨਾ। ਹਾਂਜੀ, ਤੇ ਫਿਰ ਉਹ ਵੀ ਗੱਲ ਹੈ। ਬਾਕੀ ਰਹੀ ਗੱਲ ਜਦੋਂ ਹੁਣ ਕਹਿੰਦੇ ਜੀ ਅਸੀਂ ਲੋਕਾਂ ਤੋਂ ਸਲਾਹ ਲੈ ਕੇ ਬਣਾਇਆ, ਲੋਕੀ ਚਾਹੁੰਦੇ ਆ ਜੀ ਐਗਰੀਕਲਚਰ ਵਧੀਆ ਹੋਵੇ, ਲੋਕੀ ਚਾਹੁੰਦੇ ਇਨਫਰਾਸਟ੍ਰਕਚਰ ਵਧੀਆ ਹੋਵੇ। ਲੋਕਾਂ ਤੋਂ ਸਲਾਹ ਲੈਣ ਦੇ ਕੀ ਮਤਲਬ ਸੀ?
ਤੁਹਾਨੂੰ ਨਹੀਂ ਪਤਾ ਵੀ ਐਗਰੀਕਲਚਰ ਵਧੀਆ ਹੋਣਾ ਚਾਹੀਦਾ, ਐਗਰੀਕਲਚਰ ਓਰੀਐਂਟਡ ਇੰਡਸਟਰੀ ਹੋਣੀ ਚਾਹੀਦੀ ਹੈ, ਐਗਰੋਜ਼ ਹੋਣੇ ਚਾਹੀਦੇ ਨੇ, ਐਗਰੋ ਪਾਵਰਸ ਜਿਹੜੇ ਨੇ ਉਹਨਾਂ ਨੂੰ ਤੁਸੀਂ ਬਣਾਓ, ਮਾਹੌਲ ਸੁਖਾਵਾਂ ਹੋਣਾ ਚਾਹੀਦਾ, ਇੰਸਪੈਕਟਰ ਕਲਚਰ ਖਤਮ ਹੋਣਾ ਚਾਹੀਦਾ। ਇੱਕ ਤਰੀਕੇ ਦੇ ਨਾਲ ਮੈਨੂੰ ਲੱਗਦਾ ਸ਼ੋਸ਼ੇਬਾਜ਼ੀਆਂ ਵੀ ਕਰਦੀ ਹੈ ਸਰਕਾਰ ਜੀ। ਅਸੀਂ ਕਿਤੇ ਸੀਐਮ ਸਾਹਿਬ ਨੂੰ ਪੀਐਮ ਜਿਹੜਾ ਚਿਹਰਾ ਬਣਾਉਣ ਦੇ ਟਾਈਮ ਵੀ ਅਸੀਂ ਜੀ ਤੁਹਾਡੇ ਤੋਂ ਰਾਏ ਲਈ ਸੀਗੀ, ਹੁਣ ਅਸੀਂ ਬਜਟ ਟਾਈਮ ਵੀ ਤੁਹਾਡੇ ਤੋਂ ਰਾਹ ਲੈ ਲੈਣੀ ਆ, ਹੁਣ ਅਸੀਂ ਨਸ਼ੇ ਵਾਲਿਆਂ ਤੇ ਕਾਰਵਾਈ ਕਰਨੀ ਅਸੀਂ ਤੁਹਾਡੇ ਤੋਂ ਰਾਏ ਲੈਣੀ ਆ। ਪਰ ਜੇ ਤੁਸੀਂ ਰਾਏ ਲੋਕਾਂ ਤੋਂ ਲੈਣੀ ਤੁਸੀਂ ਕਰਦੇ ਫਿਰਦੇ ਆ। ਮੈਂ ਤਾਂ ਕਹਿੰਦਾ ਘਰੀਏ ਵੀ ਰਾਏ ਲੈ ਲੈਣੀ ਚਾਹੀਦੀ ਹੈਗੀ ਆ ਵੀ ਲੋਕ ਚਾਹੁੰਦੇ ਕੀ ਆ ਹੁਣ, ਕਿਉਂਕਿ ਇਸ ਵੇਲੇ ਜਿੱਦਾਂ ਦੀ ਸਥਿਤੀ ਹੈ ਹਨਾ, ਮਜ਼ਦੂਰਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਪਾੜਾ ਵੀ ਜਿਹੜਾ ਹੈਗਾ ਉਹ ਵਧੀ ਜਾਂਦਾ ਕਿਤੇ ਨਾ ਕਿਤੇ ਜਿਹੜਾ ਹੈਗਾ, ਇਹ ਵੀ ਸਾਨੂੰ ਦੇਖਣ ਨੂੰ ਮਿਲਿਆ। ਫਿਰ ਦੂਸਰੀ ਗੱਲ ਇਹ ਵੀ ਹੈਗੀ ਆ ਵੀ ਹਰ ਗੱਲ ਉੱਤੇ ਟੈਕਸ ਆਲਰੇਡੀ ਲੱਗਾ ਹੋਇਆ ਤੇ ਜਦੋਂ ਨਾ ਤੁਸੀਂ ਸ਼ੁਰੂ ਦੇ ਵਿੱਚ ਕਿਹਾ ਸੀਗਾ ਨਹੀਂ ਵੀ ਮਨਪ੍ਰੀਤ ਬਾਦਲ ਹੋਰਾਂ ਦੀ ਯਾਦ ਆਉਂਦੀ ਆ ਹਰਪਾਲ ਚੀਮੇ ਵਾਲਾ ਦੇਖ ਕੇ, ਮੈਨੂੰ ਇਹ ਲੱਗਾ ਉਰਦੂ ਬੋਲਣ ਲੱਗ ਪਏ। ਨਹੀਂ ਉਰਦੂ ਦੀ ਗੱਲ ਨਹੀਂ, ਦੇਖੋ ਖਜ਼ਾਨਾ ਖਾਲੀ ਕਹਿੰਦੇ ਆ ਜੀ, ਖਾਲੀ ਹੋ ਵੀ ਸਕਦਾ ਚਲੋ ਕਿਉਂਕਿ ਸਾਡੇ ਤੇ ਕਰਜ਼ਾ ਵੀ ਹੈਗਾ, ਸਭ ਕੁਝ ਹੋ ਸਕਦਾ ਜੀ, ਪਰ ਤੁਸੀਂ ਵਾਅਦੇ ਕੀਤੇ ਸੀ है ना, वादा किया तो निभाना पड़ेगा है ना, नहीं तो फिर सत्ता ਜਿਹੜੀ ਹੈ ਜਾਂ ਲੋਕ ਜਿਹੜੇ ਨੇ ਉਹ ਵੀ ਸਭ ਕੁਝ ਜਾਣਦੇ। ਹੁਣ ਜਨਤਾ ਜਿਹੜੀ ਹੈ ਨਾ ਉਹ ਕੱਲੀ ਉਹੀ ਗੱਲ ਜਿਹੜੀ ਆਪਾਂ ਸ਼ੋਅ ਤੋਂ ਪਹਿਲਾਂ ਕਰਦੇ ਸੀ ਕਿ ਟੋਪੀਆਂ ਵਾਲੀ, ਹੁਣ ਲੋਕਾਂ ਨੂੰ ਵੀ ਪਤਾ ਕਹਾਣੀਆਂ ਕੀ ਆ ਬਿਲਕੁਲ। ਵੀ ਹੁਣ ਜਿਹੜਾ ਬਾਂਦਰ ਹੈਗਾ ਆ ਉਹ ਨਕਲਚੀ ਨਹੀਂ ਰਿਹਾ। ਅੱਜ ਮੈਨੂੰ ਲੱਗਦਾ ਤੁਸੀਂ ਕਹਾਣੀ ਸੁਣਾ ਦਿਓ ਤਾਂ ਜੋ ਪਤਾ ਲੱਗ ਜਾਵੇ ਕਿ ਕਿਹੜੀ ਗੱਲ ਆਪਾਂ ਕਰਦੇ। ਦੇਖੋ ਸਿੱਧੀ ਜੀ ਗੱਲ ਸੀਗੀ ਵੀ ਬੰਦਾ ਕਿਤੇ ਜੰਗਲ ਦੇ ਵਿੱਚ ਤੁਰਿਆ ਜਾਂਦਾ ਸੀਗਾ, ਤੁਰੇ ਜਾਂਦੇ ਨੂੰ ਨੀਂਦ ਆ ਗਈ, ਉਹਦੇ ਕੋਲ ਸੀਗੀਆਂ ਟੋਪੀਆਂ ਤੇ ਟੋਪੀਆਂ ਚੱਕ ਲਈਆਂ ਬਾਂਦਰਾਂ ਨੇ, ਬਾਂਦਰ ਚੱਕ ਕੇ ਚੜ੍ਹ ਗਏ ਦਰਖਤਾਂ ਉੱਤੇ ਤੇ ਹੁਣ ਉਹਨੂੰ ਕਹਾਣੀ ਯਾਦ ਆ ਗਈ ਵੀ ਬਾਂਦਰ ਤਾਂ ਹੁੰਦੇ ਆ ਨਕਲਚੀ, ਮੈਂ ਇਦਾਂ ਕਰਕੇ ਆਪਣੀ ਆ ਜਿਹੜੀ ਸਿਰ ਵਾਲੀ ਟੋਪੀ ਆ ਥੱਲੇ ਸੁੱਟੂਗਾ, ਬਾਂਦਰ ਵੀ ਸੁੱਟ ਦੇਣਗੇ। ਉਹਨੇ ਇਦਾਂ ਕਰਕੇ ਆਪਣੀ ਟੋਪੀ ਜਿਹੜੀ ਹੈਗੀ ਆ ਉਹ ਹੱਥ ਪਾਇਆ, ਪਾ ਕੇ ਇਦਾਂ ਕਰਕੇ ਥੱਲੇ ਸੁੱਟੀ ਆ, ਬਾਂਦਰ ਜਿਹੜਾ ਥੱਲੇ ਸੁੱਟੀ ਕੋਈ ਟੋਪੀ ਉਹ ਵੀ ਚੱਕ ਕੇ ਲੈ ਗਿਆ। ਹੁਣ ਤੁਸੀਂ ਦੇਖੋ ਉਹ ਪੁੱਛਣ ਲੱਗਾ, ਕਹਿੰਦਾ ਵੀ ਭਾਈ ਵੀ ਮੈਂ ਤਾਂ ਸੁਣਿਆ ਸੀਗਾ ਬਾਂਦਰ ਨਕਲਚੀ ਹੁੰਦੇ ਆ, ਕਹਿੰਦਾ ਕਹਾਣੀ ਕੱਲੀ ਤੂੰ ਹੀ ਨਹੀਂ ਸੁਣੀ, ਅਸੀਂ ਵੀ ਸੁਣੀ ਆ। ਸੋ ਆ ਗੱਲ ਉਹੀ ਹੈ ਨਾ ਕਿ ਹੁਣ ਇਹ ਮਨਪ੍ਰੀਤ ਵਾਲੀ ਗੱਲ ਜਾਂ ਫਿਰ ਖਜ਼ਾਨਾ ਖਾਲੀ ਵਾਲੀ ਗੱਲ ਜਿਹੜੀ ਆ ਉਹ ਅਸੀਂ ਸੁਣਦੇ ਆਏ ਆ। ਤੁਸੀਂ ਵਾਅਦੇ ਕੀਤੇ ਆ, ਉਹ ਵਾਅਦੇ ਹੁਣ ਸਾਰਿਆਂ ਨੇ ਸੁਣੇ ਆ ਤੇ ਉਹ ਵਾਅਦੇ ਤਾਂ ਪੂਰੇ ਕਰਨੇ ਪੈਣੇ ਬਿਲਕੁਲ। ਤੇ ਹੁਣ ਜਦੋਂ ਅਸੀਂ ਵਾਅਦਿਆਂ ਦੀ ਗੱਲ ਤੋਰੀ ਲਈ ਹੈਗੀ ਆ, ਕਾਨੂੰਨਾਂ ਦੀ ਗੱਲ ਕਰਦੇ ਆ, ਫਿਰ ਇਹ ਵੀ ਹੈਗਾ ਕਿ ਇੱਕ ਮੈਂ ਬ੍ਰੈਕਟਾਂ ਦੇ ਵਿੱਚ ਜਾਂ ਫਿਰ ਕੌਮਿਆਂ 'ਚ ਲਿਖ ਦੇਵਾਂ ਮੁਲਜ਼ਮ ਹਾਲੇ ਤੱਕ ਨਿਸ਼ਾਨ ਸਿੰਘ ਦੀ ਗੱਲ ਕਰਨੀ ਜ਼ਰੂਰੀ ਹੈ। ਨਿਸ਼ਾਨ ਸਿੰਘ ਨੂੰ ਮੁਹਾਲੀ ਲਿਆਂਦਾ, ਕੀ ਅਗਲੀ ਰਣਨੀਤੀ ਹੋ ਸਕਦੀ ਹੈ? ਰਣਨੀਤੀ ਤੇ ਦੇਖੋ ਪਹਿਲਾਂ ਤਾਂ ਪੁੱਛ ਪੜਤਾਲ ਬਹੁਤ ਜ਼ਰੂਰੀ ਹੈ ਜੀ। ਇਹਦੇ ਉੱਤੇ ਨਾ ਦੋ ਪਹਿਲੂ ਬੜੇ ਆ ਕਿ ਜਦੋਂ ਇਦਾਂ ਦਾ ਡੈਲੀਕੇਟ ਮਾਮਲਾ ਹੁੰਦਾ ਨਾ, ਇਹਦੀ ਐਂਡ ਤੱਕ ਜਾਂਚ ਹੋਣੀ ਬਹੁਤ ਜ਼ਰੂਰੀ ਹੈ। ਨਿਸ਼ਾਨ ਸਿੰਘ ਦਾ ਨਾਮ ਵੱਜਦਾ ਹੈ, ਨਿਸ਼ਾਨ ਸਿੰਘ ਰਿੰਦੇ ਦੇ ਨਾਲ ਉਹਦੇ ਹਰਵਿੰਦਰ ਰਿੰਦੇ ਦੇ ਨਾਲ ਉਹਦੇ ਸਬੰਧ ਦੱਸੇ ਜਾ ਰਹੇ ਨੇ ਜੀ। ਹਰਵਿੰਦਰ ਰਿੰਦਾ ਉਹੀ ਹੈ ਜਿਹੜਾ ਪਾਕਿਸਤਾਨ ਦੇ ਵਿੱਚ ਬੈਠਾ ਹੋਇਆ, ਕਹਿੰਦੇ ਜੀ ਉੱਥੋਂ ਰਨ ਕਰ ਰਿਹਾ, ਉਹਦੇ ਪਾਕਿਸਤਾਨ ਦੇ ਨਾਲ ਸਬੰਧ ਹੈ। ਫਿਰ ਇੱਦਾਂ ਹੀ ਨਿਸ਼ਾਨ ਸਿੰਘ ਦੇ ਸਬੰਧ ਵੀ ਪਾਕਿਸਤਾਨ ਦੇ ਨਾਲ ਜੁੜੇ ਜਾਂਦੇ ਆ। ਨਿਸ਼ਾਨ ਸਿੰਘ ਨੂੰ ਫਰੀਦਕੋਟ ਪੁਲਿਸ ਜਿਹੜੀ ਆ ਉਹ ਗ੍ਰਿਫਤਾਰ ਕਰਦੀ ਆ ਜੀ। ਤਰਨਤਾਰਨ ਦੇ ਪਿੰਡ ਮੱਲਣ ਦੇ ਕੋਲ ਇਹਨਾਂ ਦਾ ਪਿੰਡ ਹੈ ਜੀ। ਅੱਜ ਇਹਨਾਂ ਨੂੰ 6 ਫੇਸ ਲੈ ਜਾਂਦਾ ਮੋਹਾਲੀ, ਓਬਵੀਅਸ ਉੱਥੇ ਲੈ ਕੇ ਆਉਣਾ ਸੀ ਕਿਉਂਕਿ ਡਾਕਟਰੀ ਹੋਣੀ ਆ। ਡਾਕਟਰੀ ਤੋਂ ਬਾਅਦ ਪੁੱਛ ਪੜਤਾਲ ਚੱਲ ਰਹੀ ਹੈ ਜੀ। ਹੁਣ ਜਦੋਂ ਆਪਾਂ ਇੱਥੇ ਬੈਠ ਕੇ ਗੱਲ ਕਰ ਰਹੇ ਹਾਂ ਤੇ ਬੜੀਆਂ ਪੁੱਛ ਪੜਤਾਲਾਂ ਹੋਣ ਡਈਆਂ, NI ਦੀ ਟੀਮ ਵੀ ਬੈਠੀ ਆ, ਇੰਟੈਲੀਜੈਂਸ ਵੀ ਬੈਠਾ ਹੈ ਤੇ ਸਾਡੇ ਲੋਕਲ ਪੁਲਿਸ ਦੇ ਵੱਡੇ ਜਿਹੜੇ ਅਫਸਰ ਨੇ ਉਹ ਵੀ ਬੈਠੇ ਨੇ ਉੱਥੇ ਜੀ। ਔਰ ਖੁਲਾਸੇ ਕਹਿੰਦੇ ਜੀ ਵੱਡੇ ਹੋ ਸਕਦੇ ਨੇ ਕਿਉਂਕਿ ਇੰਟੈਲੀਜੈਂਸ ਏਜੰਸੀਆਂ ਇਹ ਵੀ ਕਹਿੰਦੀਆਂ ਨੇ ਕਿ ਜਿਹੜਾ RPG ਮਿਲਿਆ ਸੀ, ਜਿਹਦਾ ਲਾਂਚਰ ਮਿਲਿਆ ਸੀਗਾ, ਉਹ ਨਿਸ਼ਾਨ ਸਿੰਘ ਨੇ ਹੀ ਜਿਹੜਾ ਆ ਉਹ ਮੁਹੱਈਆ ਕਰਾਇਆ ਸੀਗਾ। ਅੱਛਾ, ਇੱਥੋਂ ਤੱਕ ਕਿ ਨਿਸ਼ਾਨ ਸਿੰਘ ਦੇ ਸਾਲੇ ਨੂੰ ਵੀ ਗ੍ਰਿਫਤਾਰ ਕੀਤਾ ਔਰ ਨਿਸ਼ਾਨ ਸਿੰਘ ਦੇ ਉੱਤੇ ਇੱਕ ਇਕੱਲਾ ਕੇਸ ਨਹੀਂ 14 ਕੇਸ ਇਸ ਤੋਂ ਇਲਾਵਾ ਵੀ ਚੱਲਦੇ ਆ ਜੀ। ਪਰ ਨਿਸ਼ਾਨ ਸਿੰਘ ਦੇ ਮਾਪੇ ਕਹਿੰਦੇ ਨੇ ਕਿ ਉਹ ਜਿਹੜਾ ਆ ਵੀ ਬੇਗੁਨਾਹ ਆ। ਹੁਣ ਅੱਜ ਨਿਸ਼ਾਨ ਸਿੰਘ ਦੇ ਨਾਲ ਇੱਕ ਦਿੱਲੀ ਤੋਂ ਫੜਿਆ ਗਿਆ ਆ ਕੰਗ ਮੁੰਡਾ, ਕੰਗ ਕਰਕੇ ਨਾ ਆ ਜੀ। ਔਰ ਕਿਹਾ ਜਾ ਰਿਹਾ ਕਿ ਇਹ ਕੰਗ ਉਹ ਆ ਜਿਹਦੇ ਨਾਲ ਕਰਨ ਔਜਲਾ ਜਿਹੜਾ ਸਿੰਗਰ ਹੈ ਉਹਦੇ ਨਾਲ ਇਹਦੇ ਬੜੀ ਨਜ਼ਦੀਕੀ ਸੰਬੰਧ ਨੇ, ਮਿੱਤਰ ਨੇ। ਹਾਲਾਂਕਿ ਉਹਦਾ ਚਲੋ ਇੱਕ ਦੂਸਰੇ ਦੇ ਸੰਬੰਧ ਹੋ ਸਕਦੇ ਨੇ, ਹੋ ਸਕਦਾ ਹੈ, ਪਰ ਹਜੇ ਤੱਕ ਕੰਗ ਹੋਣਾ ਤੋਂ ਜੋ ਪੁੱਛਿਆ ਗਿਆ ਉਹ ਅਜੇ ਤੱਕ ਸਾਹਮਣੇ ਨਹੀਂ ਆਇਆ। ਇਹ ਆਪਾਂ ਤਥਾ ਕਥਿਤ ਕਹਿ ਸਕਦੇ ਹਾਲੇ ਤੱਕ, ਪਰ ਉਹਨੂੰ ਵੀ ਫੜ ਕੇ ਦਿੱਲੀ ਤੋਂ ਮੁਹਾਲੀ ਲੈ ਆਂਦਾ ਜੀ। ਤੇ ਹੁਣ ਪੁੱਛ ਪੜਤਾਲ ਚੱਲ ਰਹੀ ਹੈ, ਵੱਡੇ ਖੁਗਾਲੇ ਹੋ ਸਕਦੇ ਨੇ ਕਿਉਂਕਿ ਇੱਕ ਬੰਨੇ ਇਹ ਵੀ ਗੱਲ ਹੈ ਨਾ ਕਿ ਇਹ ਮਸਲਾ ਇਦਾਂ ਦਾ ਕਿ ਕੋਈ ਨਜਾਇਜ਼ ਨਾ ਫੜਿਆ ਜਾਵੇ ਜਾਂ ਨਜਾਇਜ਼ ਕਿਸੇ ਨਾਲ ਨਾ ਹੋ ਜਾਵੇ, ਕਿਸੇ ਦੀ ਕੀਤੀ ਕਿਸੇ ਦੇ ਸਿਰ ਨਾ ਪੈ ਜਾਵੇ ਜੀ। ਕਿਉਂਕਿ ਇਦਾਂ ਦੇ ਮੁੱਦੇ ਪਹਿਲਾਂ ਵੀ ਹੋ ਗਏ ਨੇ। ਕੱਲ ਭਲੱਥ ਤੋਂ ਜਿਹੜੇ ਸਾਡੇ ਵਿਧਾਇਕ ਨੇ ਸੁਖਪਾਲ ਖਹਿਰਾ, ਉਹ ਵੀ ਕਹਿੰਦੇ ਸੀ ਕਿ ਬਰਗਾੜੀ ਵਾਲਾ ਹਾਲ ਨਾ ਹੋ ਜਾਵੇ ਕਿ ਸਾਨੂੰ ਕੁਝ ਮਿਲੇ ਨਾ ਤਾਂ ਅਸੀਂ ਆਪਦੀ ਜਾਨ ਬਚਾਉਣ ਦੇ ਲਈ 2 ਮੁੰਡਿਆਂ ਦੇ ਉੱਤੇ ਕੇਸ ਪਾ ਦਈਏ ਕਿ ਤੁਹਾਨੂੰ ਪੈਸੇ ਵੀ ਦੇਵਾਂਗੇ, ਤੁਸੀਂ ਕੇਸ ਆਪਣੇ ਨਾਲ ਲੈ ਲਓ। ਇਦਾਂ ਨਾ ਹੋਵੇ।
ਇਹ ਗੱਲਾਂ ਸੋਚਣ ਵਾਲੀਆਂ ਨੇ, ਬਹੁਤ ਸੋਚਣ ਵਾਲੀਆਂ ਨੇ, ਔਰ ਇਹ ਅਕਸਰ ਹੁੰਦਾ ਵੀ ਆਇਆ। ਤੇ ਹੁਣ ਆਪਾਂ ਨਿਸ਼ਾਨ ਸਿੰਘ ਦਾ ਨਾਂ ਲਿਆ, ਤੇ ਹਰਨੂਰ ਦੀ ਜਿਹੜੀ ਵਿਥਿਆ ਹੈ ਉਹਦੀ ਜਿਹੜੀ ਉਹਦੇ ਪਿੱਛੇ ਕਿਹੜੇ ਸਰਕਮਸਟੈਂਸਿਸ ਕੰਮ ਕਰ ਰਹੇ ਆ। ਅੱਛਾ, ਹਰਨੂਰ ਦੀ ਗੱਲ ਵੀ ਉਹ ਵੀ ਨਾਲ ਜੋੜ ਲਈ ਹੈ। ਹਰਨੂਰ ਦੀ ਗੱਲ ਬਿਲਕੁਲ ਉਹ ਬਰਗਾੜੀ ਕਾਂਡ ਵਾਂਗੂ ਲੱਗਦੀ ਆ ਲੋਕਾਂ ਨੂੰ ਜੀ, ਇਸ ਕਰਕੇ ਲੱਗਦੀ ਕਿਉਂਕਿ ਹਰਨੂਰ ਦੇ ਉੱਤੇ ਕਹਿੰਦੇ ਜੀ ਅਫੀਮ ਜਿਹੜੀ ਆ, ਅਫੀਮ ਜਿਹਨੂੰ ਡੋਡੇ ਆਪਾਂ ਕਹਿੰਦੇ ਆ, ਉਹਨੂੰ ਸਪਲਾਈ ਕਰਨ ਦੀ ਜਿਹੜੀ ਆ ਉਹਦੇ ਉੱਤੇ ਉਹ ਕੇਸ ਆ ਉਹਦੇ ਤੇ। ਠੀਕ ਹੈ। ਹੁਣ ਪੰਜਾਬ ਪੁਲਿਸ ਕਹਿੰਦੀ ਹੈ ਜੀ ਅਸੀਂ ਹਰਨੂਰ ਨੂੰ ਕਿੱਥੋਂ ਫੜਿਆ? ਹੁਸ਼ਿਆਰਪੁਰ ਤੋਂ, ਹਿਮਾਚਲ ਜਾਣ ਡਿਆ ਸੀਗਾ, ਪਰ ਸੀਸੀਟੀਵੀ ਫੁਟੇਜ ਕਹਿੰਦੀ ਆ ਕਿ ਹਰਨੂਰ ਤਾਂ ਕੋਟਾ ਦੇ ਰਾਜਸਥਾਨ 'ਚ ਬੈਠਾ ਸੀ, ਉੱਥੋਂ ਫੜ ਕੇ ਲਿਆਂਦਾ ਇਹਨਾਂ ਨੇ। ਹੁਣ ਫਿਰ ਜਿਹੜਾ ਹਰਨੂਰ ਸੀਗਾ ਉਹਨੇ ਜ਼ਮਾਨਤ ਅਰਜੀ ਲਾਈ, ਤੇ ਪੰਜਾਬ ਪੁਲਿਸ ਦੇ 15 ਜਿਹੜੇ ਲੋਕਲ ਜਿਹੜੇ ਸੀਗੇ ਨਾਲ, ਤੇ ਪੰਜਾਬ ਪੁਲਿਸ ਦੇ ਜਿਹੜੇ ਵੱਡੇ ਐਸਐਸਪੀ ਆ, ਡੀਜੀਪੀ ਆ, ਉਹਨਾਂ ਦੇ ਉੱਤੇ ਕਿਡਨੈਪਿੰਗ ਦਾ ਉਹਨੇ ਚਾਰਜ ਵੀ ਲਾ ਦਿੱਤਾ। ਅੱਛਾ ਜੀ, ਮੈਨੂੰ ਤਾਂ ਕਿਡਨੈਪ ਕਰਕੇ ਲੈ ਕੇ ਦੋਸ਼ ਲਾਇਆ ਉਹਨੇ। ਹਾਂ, ਹੁਣ ਇਦਾਂ ਦਾ ਕੇਸ ਹੈ ਕਿ ਦੇਖੋ ਪਤਾ ਨਹੀਂ ਹੁਣ ਇਹ ਕਿਉਂ ਹੋਇਆ, ਕਿੱਦਾਂ ਹੋਇਆ, ਕਿਉਂਕਿ ਮਸਲਾ ਜਦੋਂ ਉੱਠਦਾ ਹੈ ਨਾ ਤੇ ਇਹਦੀਆਂ ਛੋਟੀਆਂ ਡਿਟੇਲ ਸਾਹਮਣੇ ਆਉਂਦੀਆਂ। ਅੱਜ ਇੰਨੀਆਂ ਆਈਆਂ, ਕੱਲ ਨੂੰ ਇੰਨੀਆਂ ਆਉਂਗੀਆਂ, ਪਰ ਇਹ ਜੇ ਇਦਾਂ ਹੋਇਆ ਤਾਂ ਫਿਰ ਸਰਕਾਰ ਇਹਨਾਂ ਨੂੰ ਕੀ ਲੋੜ ਸੀ ਦੱਸਣ ਦੀ ਕਿ ਹਿਮਾਚਲ ਤੋਂ ਫੜਿਆ ਗਿਆ, ਅਸੀਂ ਉਹ ਹਿਮਾਚਲ ਜਾ ਰਹੇ ਸੀ, ਅਸੀਂ ਉੱਥੋਂ ਫੜਿਆ, ਜਦ ਕਿ ਤੁਸੀਂ ਫੜ ਕੇ ਤੁਹਾਨੂੰ ਕੋਟਾ ਤੋਂ ਲਿਆਏ। ਸੀਸੀਟੀਵੀ ਤੇ ਫੁਟੇਜ ਇਹ ਕਹਿੰਦੀ ਆ ਜੀ ਕਿਡਨੈਪਿੰਗ ਦੇ ਕੇਸ ਲਾਇਆ। ਸੋ ਇਦਾਂ ਹੀ ਅਸੀਂ ਕਹਿੰਦੇ ਆ ਕਿ ਇਦਾਂ ਟੈਂਪਰਿੰਗ ਜਿਹੜੀ ਆ ਕਿਸੇ ਚੀਜ਼ ਨਾਲ ਨਹੀਂ ਹੋਣੀ ਚਾਹੀਦੀ, ਨਾ ਹੀ ਉਹ ਇਹ ਜਿਹੜਾ ਇੰਟੈਲੀਜੈਂਸ ਦਫ਼ਤਰ ਦੇ ਵਿੱਚ ਮਸਲਾ ਹੋਇਆ ਉੱਥੇ ਹੋਣੀ ਚਾਹੀਦੀ ਹੈ, ਨਾ ਹੀ ਬਰਗਾੜੀ 'ਚ ਹੋਣੀ ਚਾਹੀਦੀ ਸੀਗੀ, ਤੇ ਨਾ ਹੀ ਹਰਨੂਰ ਦੇ ਕੇਸ 'ਚ ਹੋਣੀ ਚਾਹੀਦੀ ਹੈ ਜੀ। ਮਤਲਬ ਕਿਸੇ ਨਿਰਦੋਸ਼ ਨੂੰ ਦੋਸ਼ੀ ਠਹਿਰਾ ਕੇ ਉਹਨੂੰ ਕਿਤੇ ਸਜ਼ਾ ਨਾ ਮਿਲ ਜਾਏ, ਨਿਰਦੋਸ਼ ਨੂੰ ਜਿਹੜੀ ਹੈ ਨਾ ਉਹ ਨਾ ਸਜ਼ਾ ਮਿਲ ਜਾਏ। ਦੋਸ਼ੀ ਤੇ ਚਲੋ ਆਪਣੀ ਸਜ਼ਾ ਦਾ ਹੱਕਦਾਰ ਹੁੰਦਾ ਹੀ ਹੁੰਦਾ ਨਾ। ਤੇ ਖਹਿਰਾ ਸਾਹਿਬ, ਪ੍ਰੋਗਰਾਮ ਦਾ ਸਮਾਂ ਜਿਹੜਾ ਹੈ ਉਹ ਹੁਣ ਥੋੜਾ ਜਿਹਾ ਰਹਿ ਗਿਆ, ਪਰ ਫਿਰ ਵੀ ਆਪਾਂ ਇਹਦੇ ਵਿੱਚ ਤੁਹਾਡੇ ਕੋਲੋਂ ਜਾਣਨ ਦੀ ਕੋਸ਼ਿਸ਼ ਕਰਨੀ ਆ, ਸੀਐਮ ਸਾਹਿਬ ਦਾ ਰੁਖ ਕੀ ਹੈਗਾ ਆ ਨਸ਼ਿਆਂ ਦੇ ਮਾਮਲੇ ਵਿੱਚ? ਡਰੱਗ ਕੇਸਿਸ ਬਹੁਤ ਵੱਧ ਗਏ ਨੇ। ਅੱਛਾ, ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਪਿੱਛੇ ਜੇ ਕੇਸ ਵੀ ਆਉਣੇ ਸ਼ੁਰੂ ਹੋ ਗਏ ਡਰੱਗ ਓਵਰਡੋਜ਼ ਦੇ, ਤੇ ਨਾਲ ਹੀ ਹਲੇ ਮੈਨੂੰ ਲੱਗਦਾ ਜੁਮਾ ਉਹਨਾਂ ਨੂੰ 20 ਦਿਨ ਹੋਏ ਸੀਗੇ ਜਦੋਂ ਕੇਸਿਸ ਆਏ ਆ ਜੀ, ਤੇ ਲੋਕ ਨਾਲ ਹੀ ਕਹਿਣਾ ਸ਼ੁਰੂ ਕਰ ਦਿੱਤਾ ਵੀ ਇਹਨਾਂ ਤੋਂ ਨਹੀਂ ਕੁਝ ਹੋਣਾ ਹੈ, ਦੇਖੋ ਡਰੱਗ ਦੇ ਓਵਰਡੋਜ਼ ਦੇ ਕੇਸਿਸ ਆਉਣੇ ਸ਼ੁਰੂ ਹੋ ਗਏ, ਡਰੱਗ ਫੜੀ ਗਈ, ਫਲਾਨੀ ਫੜੀ ਗਈ, ਅਰਾਜਕਤਾ ਆ, ਇਹਨਾਂ ਤੋਂ ਸਰਕਾਰ ਨਹੀਂ ਚੱਲਣੀ ਜੀ। ਬਿਲਕੁਲ। ਪਰ ਸੀਐਮ ਮਾਨ ਸਾਹਿਬ ਦਾ ਜਿਹੜਾ ਰੁਖ ਹੈ ਨਸ਼ਾ ਤਸਕਰਾਂ ਜਿਵੇਂ ਤੁਸੀਂ ਪੁੱਛਣ ਦੇ ਹੋ, ਉਹ ਬਹੁਤ ਹੀ ਇੱਦਾਂ ਲੱਗਦਾ ਕਿ ਗੰਭੀਰ ਨੇ ਇਸ ਮਾਮਲੇ ਨੂੰ ਲੈ ਕੇ, ਕਿਉਂਕਿ ਕੱਲ ਜਿਹੜੀ ਆ ਸਾਰੇ ਉੱਚ ਅਧਿਕਾਰੀਆਂ ਦੀ ਮੀਟਿੰਗ ਪੰਜਾਬ ਭਵਨ ਮੋਹਾਲੀ ਦੇ ਵਿੱਚ ਹੁੰਦੀ ਹੈ, ਚੰਡੀਗੜ੍ਹ ਹੁੰਦੀ ਹੈ। ਬਿਲਕੁਲ। ਉੱਥੇ ਸਾਰੇ ਹੀ ਜਾਂਦੇ, ਚਾਹੇ ਡੀਜੀਪੀ ਸੀ, ਐਸਐਸਪੀ ਸੀ, ਐਸਐਚਓ ਸੀ, ਏਐਸਆਈ ਸੀ, ਜਿਹੜੇ ਸਾਰੇ ਹੈਗੇ, ਤੇ ਨਾਲ ਹੀ ਨਾਲ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਇਹ ਜਿਹੜੀ ਗੱਲ ਹੈ ਕਿ ਜ਼ਿੰਮੇਵਾਰ ਜਿਹੜਾ ਹੈ ਉੱਥੇ ਦਾ ਐਸਐਸਪੀ ਹੋਏਗਾ, ਡੀਐਸਪੀ ਹੋਏਗਾ, ਔਰ ਜੇ ਕਿਸੇ ਦੇ ਨਾਲ ਕਿਤੇ ਕਿਸੇ ਦੀਆਂ ਰਲੀਆਂ ਚੁਗਣ ਦੀ ਖਬਰ ਮਿਲਦੀ ਹੈ ਤੇ ਬੜੇ ਵੱਡੇ ਐਕਸ਼ਨ ਜਿਹੜੇ ਨੇ ਉਹ ਲਏ ਜਾਣਗੇ। ਸੋ ਇਹ ਲੱਗਦਾ ਹੈ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਕਿੰਗ ਪਿਨ ਫੜਨਾ ਅਸੀਂ, ਜੇ ਤੁਹਾਨੂੰ ਲੱਗਦਾ ਕਿ ਤੁਸੀਂ ਫੜ ਸਕਦੇ ਹੋ ਤਾਂ ਸਾਹਮਣੇ ਆ ਕੇ ਕਾਰਵਾਈ ਕਰੋ, ਤੁਹਾਡੇ ਤੇ ਕੋਈ ਉਂਗਲ ਉੱਠ ਜਾਵੇ ਤਾਂ ਮੈਨੂੰ ਦੱਸਿਓ। ਵੱਡਾ ਮਗਰਮੱਛ ਫੜਨਾ। ਔਰ ਇਹਦੇ ਨਾਲ ਗਗਨ ਜੀ ਇੱਕ ਗੱਲ ਬੜੀ ਵਧੀਆ ਮੈਨੂੰ ਜਿਹੜੀ ਲੱਗੀ ਆ, ਉਹ ਕਹਿੰਦੇ ਕਿ ਜਿਹੜੀ ਮਨੀ ਹੁੰਦੀ ਆ, ਆਪਾਂ ਕਹਿੰਦੇ ਨਾ ਕਿ ਡਰੱਗ ਮਨੀ ਨਹੀਂ ਫੜੀ ਗਈ ਆ, ਇੰਨੇ ਕਰੋੜਾਂ ਦੀ ਡਰੱਗ ਫੜੀ ਗਈ ਆ, ਉਹਦਾ ਕਹਿੰਦੇ ਜੀ ਪੈਸੇ ਨਹੀਂ ਦੱਸਣੇ। ਉਹਦੇ ਨਾਲ ਕਹਿੰਦਾ ਨੌਜਵਾਨਾਂ ਦੇ ਵਿੱਚ ਇੱਕ ਆਉਂਦਾ ਕਿ ਯਾਰ ਜੇ ਅਸੀਂ ਆਹ ਵੇਚ ਲੈਂਦੇ, ਜੇ ਅਸੀਂ ਆਹ ਪਾਈਆ ਕੀ ਵੇਚ ਲੈਂਦੇ ਤੇ ਕਰੋੜਾਂ ਦੇ ਹੋ ਜਾਣਾ ਸੀ। ਉਹ ਕਹਿੰਦੇ ਜੀ ਤੁਸੀਂ ਅਧਿਕਾਰੀਆਂ ਦਾ ਨਾਮ ਦੱਸੋ, ਇਹਨੇ ਫੜੀ ਆ, ਇੰਨੀ ਫੜੀ ਆ, ਉਹਦੇ ਪੈਸੇ ਨਹੀਂ ਦੱਸਣੇ। ਕਿਉਂਕਿ ਆਪਾਂ ਨੌਜਵਾਨਾਂ ਦੀ ਗੱਲ ਕਰਦੇ, ਨੌਜਵਾਨ ਬੜੇ ਝਾਂਸੇ 'ਚ ਆ ਜਾਂਦੇ ਜਦੋਂ ਨੌਜਵਾਨ ਦੀ ਜਿਹੜੀ ਇੱਕ એનર્ਜੀ ਆ ਨਾ, ਵਿਥਿਆ ਨਾਲ ਲੱਗੀ ਹੋਵੇ, ਰੋਜ਼ਗਾਰ ਨਾਲ ਮਿਲਿਆ ਹੋਵੇ, ਪੜ੍ਹਾਈ ਕੀਤੀ ਹੋਵੇ, ਤਾਂ ਫਿਰ ਉਹ એનર્ਜੀ ਕਿਸੇ ਬੰਨੇ ਵੀ ਚੱਲਦੀ ਰਹਿੰਦੀ ਆ। ਸੋ ਇੱਕ ਚੰਗੀ ਗੱਲ ਮੈਨੂੰ ਲੱਗੀ ਹੈ। ਖਾਲੀ ਭਾਨ ਕਿਤੇ ਨਾ ਕਿਤੇ ਖੜਕੂਗੀ ਜ਼ਰੂਰ। ਸੋ ਬੇਰੁਜ਼ਗਾਰੀ ਹੈ ਜਿਹੜੀ ਖਾਲੀ ਭਾਨ ਹੁੰਦੀ ਹੈ, ਇਹ ਖੜਕਦੀ ਹੈ, ਕਿਸੇ ਨੇ ਆਸਾ ਪਾਸਾ ਆਪਣਾ ਦੇਖ ਕੇ ਉਹ ਨਾਲੀ 'ਚ ਡਿੱਗਦੀ ਜ਼ਰੂਰ ਹੈ। ਸੋ ਜੇ ਉਹਨੂੰ ਬਚਾਉਣਾ ਤਾਂ ਸੀਐਮ ਸਾਹਿਬ ਦਾ ਰੁਖ ਜਿਹੜਾ ਹੈ ਉਹ ਬੜਾ ਸਕਾਰਾਤਮਕ ਹੈਗਾ ਆ, ਹਾਂ ਪੱਖੀ ਹੈਗਾ ਆ, ਔਰ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੀ ਵੱਡੇ ਐਕਸ਼ਨ ਲਏ ਜਾਣ। ਸੋ ਖਹਿਰਾ ਸਾਹਿਬ, ਕਰੰਟ ਨਿਊਜ਼ ਐਂਡ ਵਿਊਜ਼ ਦਾ ਜਿਹੜਾ ਸਮਾਂ ਪ੍ਰੋਗਰਾਮ ਦਾ ਉਹ ਇੱਥੇ ਹੀ ਹੁਣ ਆਪਾਂ ਨੂੰ ਖਤਮ ਕਰਨਾ ਪੈਣਾ, ਕਿਉਂਕਿ ਦਰਸ਼ਕਾਂ ਨੇ ਹੋਰ ਵੀ ਪ੍ਰੋਗਰਾਮ ਦੇਖਣੇ ਨੇ ਪੰਜਾਬ ਮੇਲ USA TV ਦੇ ਉੱਤੇ, ਕਿ ਇਹ ਨਾ ਹੋਵੇ ਨਾ ਵੀ ਆਪਾਂ ਨੂੰ ਦੇਖ ਦੇਖ ਕੇ ਵਕਤੋਂ ਆਪਾਂ ਬੇਵਕਤ ਹੋਈ ਜਾਈਏ ਤੇ ਦਰਸ਼ਕ ਸਾਡੇ ਤੰਗ ਹੁੰਦੇ ਰਹਿਣ, ਹੈ ਨਾ। ਪਰ ਫਿਰ ਵੀ ਅਪ ਟੂ ਡੇਟ ਰਹਿਣਾ ਚਾਹੀਦਾ, ਇਹ ਤਾਂ ਸਾਡੇ ਦਰਸ਼ਕਾਂ ਨੂੰ ਵੀ ਚਾਹੀਦਾ ਵੀ ਅਪ ਟੂ ਡੇਟ ਰਹਿਣ, ਖਬਰਾਂ ਦੇ ਨਾਲ ਜਿਹੜੀ ਹੈ ਉਹ ਆਪਣੀ ਸਾਂਝ ਬਣਾ ਕੇ ਰੱਖਣ। ਸੋ ਖਹਿਰਾ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਸਾਡੇ ਜੀ ਬਹੁਤ ਸ਼ੁਕਰੀਆ ਜੀ। ਸੋ ਸਾਡੇ ਦੇਖਣ ਵਾਲੇ ਚਾਹਣ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਚੰਗਾ ਜੀ, ਚੱਲਦੇ ਹਾਂ ਹੁਣ। ਸਤਿ ਸ਼੍ਰੀ ਅਕਾਲ।